ਤੂੰ ਕਹਿ ਕੇ ਸੁੱਤੀ ਜੁੜ ਜਾਂਦੀ, ਕੋਈ ਜੱਕਾਂ ਤੱਕਾਂ ਵਾਲਾ ਜੋੜ ਨਹੀਂ। ਇਨਸਾਨੀਅਤ ਜ਼ਿੰਦਾਬਾਦ ਰਵੇ ਇਹ ਨਾਰਾ ਹੈ, ਇਨਸਾਨੀਅਤ ਜ਼ਿੰਦਾਬਾਦ ਰਵੇ ਇਹ ਨਾਰਾ ਹੈ। ਸਾਡੀ ਹੋਰ ਤਾਂ ਕੋਈ ਦੌੜ ਨਹੀਂ। ਏਕਮਕਾਰ ਦੇ ਦਰਵਾਜ਼ੇ ਹੇਠ ਬਾਬਾ ਨਾਨਕ ਦਿਸ ਜਾਂਦਾ, ਏਕਮਕਾਰ ਦੇ ਦਰਵਾਜ਼ੇ ਹੇਠ ਬਾਬਾ ਨਾਨਕ ਦਿਸ ਜਾਂਦਾ ਹੈ। ਸਾਨੂੰ ਬਹੁਤੇ ਦਰਵਾਜ਼ੇ ਲੰਘਣ ਦੀ ਕੋਈ ਲੋੜ ਨਹੀਂ। PB 32 ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੇਸ਼ਵਰੀ। ਸਭ ਤੋਂ ਪਹਿਲਾਂ ਤੁਹਾਨੂੰ ਗੁਰੂ ਨਾਨਕ ਪਾਤਸ਼ਾਹੀ ਦੇ ਜਨਮ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ, ਬਹੁਤ-ਬਹੁਤ ਵਧਾਈਆਂ। ਔਰ ਇਸੇ ਤਰ੍ਹਾਂ ਜੇ ਏਕਤਾ ਦਾ ਮੈਸੇਜ ਦਿੰਦੇ ਹੋਏ ਸਾਡੇ ਕੋਲ ਵੱਖ-ਵੱਖ ਜਥੇਬੰਦੀਆਂ ਇੱਥੇ ਪਹੁੰਚੀਆਂ ਹੋਈਆਂ ਨੇ। ਸਿਮਰਨ ਸਿੰਮੀ ਜੀ ਨੇ, ਉੱਪਲ ਸਾਹਿਬ ਨੇ, ਦੀਪ ਸਾਹਿਬ ਨੇ, ਆਟੋ ਯੂਨੀਅਨ ਤੋਂ ਵੀ ਸਾਡੇ ਵੀਰ ਆਏ ਹੋਏ ਨੇ। ਆਪਾਂ ਸਾਰਿਆਂ ਨੇ ਇੱਕ ਇੱਕ ਕਰਕੇ ਗੱਲਬਾਤ ਕਰਨੀ ਹੈ। ਉਹ ਜਿਵੇਂ ਤੁਸੀਂ ਕਹਿੰਦੇ ਹੁੰਦੇ ਨਾ ਕਿ ਬੇਸ਼ੱਕ ਜਿੰਨੇ ਮਰਜ਼ੀ ਤਸੀਹੇ ਦੇ ਦਿਓ, ਅਸੀਂ ਇਨਸਾਨੀਅਤ ਨਹੀਂ ਛੱਡਣੀ। ਅੱਜ ਉਸੇ ਤਰ੍ਹਾਂ ਦੀ ਮਿਸਾਲ ਸਾਡੇ ਜਿਹੜੇ ਵੀਰ ਭੈਣ ਭਰਾ ਦੇਣਗੇ। ਸਾਡੀ ਮਾਤਾ ਜੀ ਵੀ ਇੱਥੇ ਬੈਠੇ ਨੇ। ਮੈਂ ਚਾਹੁੰਦਾ ਕੈਮਰਾਮੈਨ ਇਹਨਾਂ ਨੂੰ ਵੀ ਇੱਕ ਵਾਰੀ ਜ਼ੂਮ ਕਰਕੇ ਦਿਖਾ ਦੇਣ। ਉੱਪਰ ਸਾਹਿਬ ਆ ਜਾਓ, ਆਪਾਂ ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਿੰਮੀ ਜੀ ਤੁਸੀਂ ਵੀ ਆ ਜਾਓ, ਗੁੱਜਰ ਸਾਹਿਬ ਆ ਜਾਓ। ਆਪਾਂ ਜਿਹੜੀ ਹੈ ਗੱਲਬਾਤ ਆਮ ਪਬਲਿਕ ਤੱਕ ਪਹੁੰਚਾਉਣੀ ਹੈ ਤੁਹਾਡੀ ਸਾਰਿਆਂ ਦੀ। ਆ ਜਾਓ ਜੀ। ਤੇ ਮੈਂ ਉਹੀ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਕਿ ਨਾਨਕ ਦੀਆਂ ਗੁੱਜੀਆਂ ਰਮਜ਼ਾਨ ਨੂੰ ਕੋਈ ਜਿਹੜਾ ਬੇਵਕੂਫ ਇਨਸਾਨ ਜਿਹਨੂੰ ਦੁਨੀਆਦਾਰੀ ਦਾ ਪਤਾ ਹੀ ਨਹੀਂ ਉਹ ਕੀ ਸਮਝ ਸਕਦਾ। ਤਾਂ ਆਓ ਜੀ ਉੱਪਲ ਸਾਹਿਬ, ਸਭ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਾ। ਮੈਂ ਉੱਪਲ ਸਾਹਿਬ ਦਾ ਅਗਰ ਵੇਰਵਾ ਦੇ ਦੇਵਾਂ, ਇਹ ਦਿੱਲੀ ਤੋਂ ਵਾਪਸ ਆਏ ਨੇ। ਆਪਾਂ ਇਹਨਾਂ ਤੋਂ ਜਿਹੜੀ ਜਾਣਕਾਰੀ ਪੂਰੀ ਲੈਣੀ ਆ। ਉੱਪਲ ਸਾਹਿਬ ਪਹਿਲਾਂ ਤਾਂ ਤੁਹਾਡਾ ਬਹੁਤ ਨਿੱਘਾ ਸਵਾਗਤ ਹੈ। ਔਰ ਕਿਵੇਂ ਠੀਕ ਠਾਕ ਹੋ ਜੀ? ਬਿਲਕੁਲ ਠੀਕ ਠਾਕ ਹੈ। ਮੇਰਾ ਨਾਮ ਰਘਵੀਰ ਸਿੰਘ ਉੱਪਲ ਜੀ, ਖਾਨਪੁਰ ਕੁੱਲੇਵਾਲ। ਤੇ ਮੈਂ ਇੱਥੋਂ 26 ਤਰੀਕ ਸਵੇਰ ਨੂੰ ਦਿੱਲੀ ਵਾਸਤੇ ਕੂਚ ਕੀਤਾ ਸੀ। ਇੱਥੋਂ ਸਾਡੀ ਕਿਰਤੀ ਕਿਸਾਨ ਜੂਨੀਅਰ 25 ਤਰੀਕ ਨੂੰ ਦੁਪਹਿਰੇ 2 ਵਜੇ ਮੂਵ ਕਰ ਗਈ ਸੀ। ਸ਼ੰਭੂ ਬਾਰਡਰ ਤੇ ਜਾ ਕੇ ਅਸੀਂ ਸਾਰੇ ਇਕੱਠੇ ਹੋ ਗਏ ਸੀ। ਉਸ ਤੋਂ ਬਾਅਦ ਸ਼ੰਭੂ ਬਾਰਡਰ ਤੇ ਕਾਫੀ ਜਾਮ ਲੱਗਾ ਹੋਇਆ ਸੀ। ਜਿੰਨੇ ਵੀ ਆਪਣੇ ਨੌਜਵਾਨ ਸੀ, ਖਾਸ ਕਰ ਜਿੰਨੇ ਵੀ ਪਹਿਲਾਂ ਬਹੁਤ ਰੌਲਾ ਸੀ ਪੰਜਾਬ ਦੇ ਵਿੱਚ ਵੀ ਨੌਜਵਾਨ ਨਸ਼ਿਆਂ ਨੇ ਰੋੜ ਦਿੱਤੇ, ਫਲਾਨਾ ਰੋੜ ਤੇ, ਇਹ ਚੀਜ਼ ਉੱਥੇ ਦੇਖਣੇ ਵਾਲੀ ਸੀ। ਤੇ ਅੱਜ ਪਤਾ ਚੱਲ ਰਿਹਾ ਸੀ ਜਵਾਨੀ ਹੈ ਕੀ ਚੀਜ਼ ਹੈ। ਇਸ ਵੇਲੇ ਵੀ ਤੁਸੀਂ ਜਾ ਕੇ ਦੇਖੋਗੇ ਕੋਈ ਨਸ਼ਾ ਨਹੀਂ ਹੋ ਰਿਹਾ ਇੱਥੇ, ਕੋਈ ਕੁਛ ਨਹੀਂ। ਜਵਾਨਾਂ 'ਚ ਜੋਸ਼ ਇੰਨਾ ਸੀ ਕਿ ਐਡੇ ਐਡੇ ਬੜੇ ਵੈਰੀਕੇਟ ਜਿਹੜੇ ਤੁਸੀਂ ਸ਼ਾਇਦ ਦੇਖੇ ਵੀ ਹੋਣੇ ਖਬਰਾਂ 'ਚ ਜਾਂ ਕਿਸੇ ਮੀਡੀਆ ਨੇ ਦਿਖਾਏ ਵੀ ਆ, ਉਹ ਕਿਸ ਤਰ੍ਹਾਂ ਉੱਡੇ। ਇੰਨੀ ਪਾਣੀ ਦੀਆਂ ਬਸ਼ਾਰਾਂ ਮਾਰੀਆਂ ਤੇ ਨੌਜਵਾਨਾਂ ਨੂੰ ਤਾਂ ਇਹ ਸੀ ਵੀ ਅਸੀਂ ਜਿੱਦਾਂ ਕਿਤੇ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੇ ਹਾਂ। ਇੰਨਾ ਜੋਸ਼ ਸੀ ਉਹਨਾਂ ਨੂੰ ਉਸ ਵੇਲੇ। ਜਦੋਂ ਸ਼ੰਭੂ ਬੈਰੀਕੇਡ ਤੇ ਅਸੀਂ ਪਹੁੰਚੇ ਤਾਂ ਉਸ ਵੇਲੇ ਕਈ ਵੈਸੇ ਜਥੇਬੰਦੀਆਂ ਦੇ ਵਿੱਚ ਨੁਮਾਇੰਦੇ ਸੀ ਤੇ ਜੋ ਪਿੱਛੇ ਖਿੱਚੂ ਜਿੱਦਾਂ ਹੁੰਦੇ ਆ ਖਿਆਲ ਸੀ, ਉਹ ਉੱਥੇ ਰੁਕਣਾ ਚਾਹੁੰਦੇ ਸੀ। ਲੇਕਿਨ ਸਾਡੇ ਜਿੰਨੇ ਵੀ ਜਵਾਨ ਸੀ ਇਸ ਇਲਾਕੇ ਤੋਂ, ਅੰਮ੍ਰਿਤਸਰ ਤੋਂ ਵੀ ਕਿਰਤੀ ਕਿਸਾਨ ਯੂਨੀਅਨ ਸਾਡੇ ਨਾਲ ਸੀ, ਜਲੰਧਰ ਤੋਂ ਸੀ, ਪਿੰਡ ਓਪਲਾਂ ਤੋਂ ਸੀ, ਇਹ ਸਾਰਿਆਂ ਨੇ ਮਿਲ ਕੇ ਜਿਹੜਾ ਵੀ ਉਹ ਬੈਰੀਕੇਡ ਤੋੜਿਆ। ਤੇ ਪਲੱਸ ਸਾਨੂੰ ਸਹਿਯੋਗ ਦਿੱਤਾ ਹਰਿਆਣੇ ਵਾਲੇ ਨੌਜਵਾਨਾਂ ਨੇ, ਜਿਨ੍ਹਾਂ ਨੇ ਕਿ ਸਾਡਾ ਸਹਿਯੋਗ ਕਰਕੇ ਆਪਣੇ ਟਰੈਕਟਰ ਲਿਆ ਕੇ ਆਪਣਾ ਜਿੰਨੇ ਵੀ ਇੰਸਟਰੂਮੈਂਟ ਸੀ ਉਹਨਾਂ ਦੇ ਕੋਲ, ਚਾਹੇ ਸੰਗਲ ਲਿਆਂਦਾ, ਟੋਚਲ ਲਿਆਂਦਾ, ਤਾਂ ਚਾਹੇ JCB ਦਾ ਵੀ ਲਿਆਂਦਾ, ਉਹ ਲਿਆ ਕੇ ਸਾਨੂੰ ਪਹਿਲਾਂ। ਮੈਂ ਉਹੀ ਸਵਾਲ ਪੁੱਛਣਾ ਚਾਹੁੰਦੀ ਕਿਉਂਕਿ ਖੱਟਰ ਸਰਕਾਰ, ਜਿਹਨੂੰ ਆਪਾਂ ਅੱਜ ਕੱਲ੍ਹ ਖਟਾਰਾ ਸਰਕਾਰ ਵੀ ਕਹਿ ਰਹੇ ਹਾਂ, ਖੱਚਰ ਸਰਕਾਰ ਵੀ ਕਹਿ ਰਹੇ ਹਾਂ, ਉਹਨਾਂ ਦਾ ਇਹ ਕਹਿਣਾ ਸੀ ਜੀ ਕਿ ਹਰਿਆਣੇ ਵਿੱਚੋਂ ਕੋਈ ਕਿਸਾਨ ਹੈ ਜਿਹੜਾ ਉਹ ਸਮਰਥਨ ਨਹੀਂ ਦੇ ਰਿਹਾ ਪੰਜਾਬ ਤੋਂ ਆਏ ਹੋਏ ਕਿਸਾਨਾਂ ਨੂੰ। ਪਰ ਜੇ ਸਮਰਥਨ ਨਹੀਂ ਦੇ ਰਹੇ ਤਾਂ 307 302 ਦੇ ਪਰਚੇ ਕਿਉਂ ਹੋ ਰਹੇ ਨੇ? ਔਰ ਮੈਂ ਚਾਹੁੰਦਾ ਜਿਹੜੀ ਤੁਸੀਂ ਜੀਂਦੀ ਜਾਗਦੀ ਤਸਵੀਰ ਦੇਖ ਕੇ ਆਏ ਹੋ, ਤੁਸੀਂ ਸਾਡੀ ਆਡੀਅנס ਨੂੰ ਜ਼ਰੂਰ ਦੱਸੋ ਕਿ ਹਰਿਆਣੇ ਦੇ ਜਿਹੜਾ ਉੱਥੇ ਕਿਸਾਨ ਸੀ ਉਹਨਾਂ ਨੇ ਤੁਹਾਡੇ ਨਾਲ ਰਲ ਕੇ ਕਿੰਨਾ ਕੁ ਸੰਘਰਸ਼ ਕੀਤਾ। ਦੇਖੋ ਜੀ, ਪਹਿਲੀ ਗੱਲ ਤਾਂ ਮੈਂ ਇਹ ਕਹਿੰਦਾ ਵੀ ਚਾਹੇ ਖੱਟਰ ਸਾਹਿਬ ਹੈ, ਚਲੋ ਵੱਡੇ ਆ ਸਾਡੇ ਤੋਂ, ਤੇ ਅਪਸ਼ਬਦ ਮੈਂ ਨਹੀਂ ਇਹ ਯੂਜ਼ ਕਰਨਾ ਚਾਹੁੰਦਾ ਵੀ ਜੋ ਇਸ ਵੇਲੇ ਜਨਤਾ ਦੇ ਵਿੱਚ ਉਹਨਾਂ ਦਾ ਗਿਆ ਆ, ਉਹਨਾਂ ਦੇ ਦਿਲਾਂ 'ਤੇ ਆਪਣੇ ਆਪ ਉਹ ਲਿਖਿਆ ਗਿਆ ਜੋ ਕੁਛ ਹੈ। ਦੂਸਰਾ, ਹਰਿਆਣੇ ਦੇ ਵਿੱਚ ਜੋ ਸਹਿਯੋਗ ਮਿਲਿਆ ਸ਼ੰਭੂ ਬਾਰਡਰ ਤੋਂ ਲੈ ਕੇ ਨੈਕਸਟ ਅੱਗੇ ਤੱਕ, ਉਹ ਤਾਂ ਜਿੰਨਾ ਵੀ ਕੋਈ ਖੱਟੜ ਸਰਕਾਰ ਕਹਿ ਦੇਵੇ ਜਾਂ ਉਹਨਾਂ ਦੇ ਨੁਮਾਇੰਦੇ ਕਹਿ ਦੇਣ ਜਾਂ ਹਰਿਆਣੇ ਵਾਲੇ ਵੀ ਕੁਛ ਅਜੇ ਕਹਿ ਰਹੇ ਵੀ ਸਾਡੇ ਜਵਾਨ ਨਹੀਂ ਹੈ। ਇੱਥੋਂ ਤੱਕ ਕਿ ਮੈਂ ਵੀ 34 ਸਾਲ ਆਰਮੀ ਦੇ ਵਿੱਚ ਸਰਵਿਸ ਕਰਕੇ ਆਇਆ। ਜਿੰਨੇ ਮੈਨੂੰ ਹਰਿਆਣੇ ਤੋਂ ਫੋਨ ਆਏ ਆ ਜਾਂ ਹੋਰ ਆਏ ਆ, ਕਾਫੀ ਬੰਦੇ ਮੈਨੂੰ ਰਸਤੇ 'ਚ ਪਾਣੀਪਤ ਲਗਭਗ ਮਿਲੇ ਵੀ ਆ। ਇੱਦਾਂ ਦੀ ਕੋਈ ਗੱਲ ਨਹੀਂ। ਹਰਿਆਣੇ ਦਾ, ਪੰਜਾਬ ਦਾ, ਜਾਣੀ ਜਿੱਦਾਂ ਛੋਟੇ ਭਰਾ ਤੇ ਵੱਡੇ ਭਰਾ ਦਾ ਜਿਹੜਾ ਰਿਸ਼ਤਾ ਹੈ ਨਾ, ਉਹ ਇੱਕ ਵਾਰੀ ਇਸ ਵੇਲੇ ਦਿਖਾ ਦਿੱਤਾ ਉਹਨਾਂ ਨੇ। ਅੱਛਾ, ਇੱਕ ਚੀਜ਼ ਹੋਰ ਕਲੀਅਰ ਕਰੀਓ ਕਿਉਂਕਿ ਹੁਣ ਕੇਂਦਰ ਸਰਕਾਰ ਵੀ ਵਿੱਚੋਂ ਇਹ ਕਹਿ ਰਹੀ ਆ, ਹਰਿਆਣਾ ਸਰਕਾਰ ਵੀ ਕਹਿ ਰਹੀ ਆ ਕਿ ਕੈਪਟਨ ਸਾਹਿਬ ਨੇ ਜਿਹੜੀ ਉਂਗਲ ਲਾ ਕੇ ਬੰਦੇ ਭੇਜੇ ਹੋਏ ਨੇ। ਪਰ ਅਸੀਂ ਇਹ ਸਵਾਲ ਪੁੱਛਣਾ ਚਾਹੁੰਦੇ ਹਾਂ ਕਿ ਜੇ ਸਿਆਸਤਦਾਨਾਂ ਨੇ ਭੜਕਾ ਕੇ ਭੇਜੇ ਨੇ ਤਾਂ ਕੰਡਿਆਲੀ ਤਾਰ ਨੂੰ ਕੋਈ ਨੰਗੇ ਹੱਥਾਂ ਨਾਲ ਕਿਵੇਂ ਹੱਥ ਪਾ ਲੈਂਦਾ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਆ ਵੀ ਮੈਂ ਅੱਜ ਤੱਕ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਰਿਹਾ। ਜੇ ਕੋਈ ਕਹਦੇ ਕਾਂਗਰਸ ਨੇ ਭੇਜੇ ਆ ਜਾਂ ਅਕਾਲੀਆਂ ਨੇ ਭੇਜੇ ਆ ਤੇ ਜਾਂ ਕਿਸੇ ਆਮ ਆਦਮੀ ਪਾਰਟੀ ਨੇ ਭੇਜੇ ਆ,
ਇਹ ਬਿਲਕੁਲ ਝੂਠ ਹੈ। ਜਵਾਨੀ ਨੂੰ ਆਪਣੇ ਆਪ ਜੋਸ਼ ਆਇਆ, ਬੁਢਾਪੇ ਨੂੰ ਆਪਣੇ ਆਪ ਜਿਹੜਾ ਕੁਛ ਇਹਨਾਂ ਦੇ ਉੱਪਰ ਹੰਢਿਆ ਆ ਉਹਨਾਂ ਕਰਕੇ ਆ। ਮੈਂ ਵੀ ਇੱਕ ਘਰ ਬੈਠਾ ਸੀ, ਮੇਰੀ ਵੀ ਜ਼ਮੀਰ ਜਾਗੀ ਹੈ, ਇੱਕ ਮੇਰੇ ਵੀ ਬੱਚੇ ਬਾਹਰ ਆ, ਮੈਂ ਨਹੀਂ ਇਹ ਵੀ ਘਰ ਬੈਠ ਕੇ ਆਰਾਮ ਨਾਲ ਖਾ ਸਕਦਾ। ਇਸ ਕਰਕੇ ਵੀ ਇਹਦੇ ਵਿੱਚ ਕੋਈ ਕਿਸੇ ਕੈਪਟਨ ਨੇ ਸੰਯੋਗ ਨਹੀਂ ਦਿੱਤਾ, ਕੋਈ ਕਿਸੇ ਨੇ ਕੁਝ ਨਹੀਂ ਦਿੱਤਾ, ਜਦ ਕਿ ਉਲਟਾ ਇਹਨਾਂ ਦੇ ਜਿੰਨੀਆਂ ਵੀ ਜਥੇਬੰਦੀਆਂ ਹੋਣਗੀਆਂ, ਚਾਹੇ ਕਾਂਗਰਸ ਦੇ ਨਾਲ ਮੇਲ ਹੈ, ਚਾਹੇ ਅਕਾਲੀਆਂ ਦੇ ਨਾਲ ਮੇਲ ਹੈ, ਉਹਨਾਂ ਦੀਆਂ ਸਭ ਤੋਂ ਪਿੱਛੇ ਟਰਾਲੀਆਂ ਸੀ। ਸਾਡੀ ਯੂਨੀਅਨ ਦੀਆਂ ਟਰਾਲੀਆਂ ਪਹਿਲਾਂ ਪਹੁੰਚ ਗਈਆਂ ਉੱਥੇ, ਤੇ ਇਹਨਾਂ ਦੀਆਂ ਸਾਰਿਆਂ ਤੋਂ ਪਿੱਛੇ ਹਜੇ ਵੀ ਤੁਸੀਂ ਜਾ ਕੇ ਦੇਖ ਲਓਗੇ ਬਾਰਡਰ ਤੇ ਸਾਰਿਆਂ ਦੇ ਪਿੱਛੇ ਹੋਣਗੇ ਇਹ ਬੰਦੇ, ਚਾਹੇ ਲੱਖੋਵਾਲ ਯੂਨੀਅਨ ਹੈ, ਚਾਹੇ ਹੋਰ ਸਾਡੇ ਇਲਾਕੇ 'ਚ ਹੋਰ ਵੀ ਇੱਕ ਯੂਨੀਅਨ ਬਣੀ ਆ। ਚਲ ਮੈਂ ਉਹਦਾ ਨਹੀਂ ਨਾਮ ਲੈਣਾ ਚਾਹੁੰਦਾ ਇਸ ਵੇਲੇ। ਅੱਛਾ, ਸਾਨੂੰ ਬਜ਼ੁਰਗਾਂ ਬਾਰੇ ਦੱਸੋ। ਜਿਵੇਂ ਇੱਥੇ ਮਾਤਾ ਜੀ ਇੱਥੇ ਵੀ ਪਹੁੰਚੇ ਨੇ, ਉੱਥੇ ਅਸੀਂ ਕਈ ਤਸਵੀਰਾਂ ਵੀ ਦੇਖਿਆ, ਕਈ ਬਜ਼ੁਰਗ ਹੈ ਜਿਹਨਾਂ ਕੋਈ ਚੰਗੀ ਤਰ੍ਹਾਂ ਤੁਰਿਆ ਵੀ ਨਹੀਂ ਜਾਂਦਾ, ਪਰ ਫਿਰ ਵੀ ਕਹਿ ਰਹੇ ਨੇ ਆਹ ਦਿੱਲੀ ਕੀ ਹੈ ਤਾਂ ਆਪਾਂ ਲੁੱਟ ਲੈਣੀ, ਆਪਾਂ ਲੈ ਜਾਣੀਆਂ, ਜਿਹੜਾ ਕਿਲ੍ਹਾ ਫਤਿਹ ਕਰ ਲੈਣਾ। ਉਹਦੇ ਬਾਬਤ ਕੀ ਕਹੋਗੇ? ਕਿਉਂਕਿ ਜਿਹੜੇ ਬਜ਼ੁਰਗ ਹੈ ਉਹਨਾਂ ਤੇ ਬੜਾ ਤਿਉ ਆਉਂਦਾ ਜਦੋਂ ਕਿਸੇ ਦੀ ਅੱਖ ਤੇ ਸੋਟੀ ਵੱਜਦੀ ਆ ਜਾਂ ਗੋਡੇ ਤੇ ਜ਼ਖਮ ਦੇਖਦੇ ਆ, ਜਿਹੜਾ ਮਨ ਆ ਵਲੂੰਦਰਿਆ ਜਾਂਦਾ, ਅੰਦਰ ਇੱਕ ਹਲੂਣਾ ਜਿਹਾ ਆਉਂਦਾ, ਇੱਕ ਰੋਣਾ ਨਿਕਲਦਾ ਪਿਆਰ ਵਿੱਚ, ਇੱਕ ਮੋਹ 'ਚ। ਪਰ ਉਹ ਉੱਥੇ ਫਿਰ ਵੀ ਜਿਹੜੀ ਮਿਸਾਲ ਦੇ ਤੌਰ ਤੇ ਖੜੇ ਨੇ, 80-80 ਸਾਲ ਦੇ ਬਾਬੇ ਖੜੇ ਨੇ, ਉਹਨਾਂ ਬਾਰੇ ਜ਼ਰੂਰ ਕੁਝ ਕਹੋ। ਦੇਖੋ ਜੀ, ਜਿਹੜਾ ਬਜ਼ੁਰਗਾਂ ਨੇ ਪਹਿਲਾਂ ਵੀ 77-78 ਦਾ ਹੜ੍ਹਾਇਆ ਆ, ਉਹਨਾਂ ਦੇ ਵਿੱਚ ਇੰਨਾ ਜੋਸ਼ ਹੈ ਕਿ ਮੇਰੇ ਪਿੰਡ ਤੋਂ ਇੱਕ ਬੰਦੇ ਨੂੰ ਮੈਂ ਖੁਦ ਨਾਲ ਨਹੀਂ ਲਿਜਾ ਸਕਿਆ, ਜਿਨ੍ਹਾਂ ਦਾ ਨਾਮ ਜਰਨੈਲ ਸਿੰਘ ਹੈ। ਉਹ ਕਹਿੰਦਾ ਮੈਂ ਜਾਣਾ ਤਾਂ ਜਾਣਾ ਹੀ ਆ, ਜ਼ਬਰਦਸਤੀ ਮੇਰੇ ਨਾਲ ਉਹ ਗਿਆ ਸੀ। ਹੋਰ ਵੀ ਇਸ ਤਰ੍ਹਾਂ ਟਰਾਲੀਆਂ 'ਚ ਇਹੋ ਜਿਹੇ ਵੀ ਬਜ਼ੁਰਗ ਦੇਖੇ ਆ ਜਿਨ੍ਹਾਂ ਦੀ ਉਮਰ 90 ਤੋਂ ਵੀ ਉੱਪਰ ਪਾਰ ਹੈ। ਅੱਛਾ। ਔਰ ਟਰਾਲੀਆਂ ਦੇ ਵਿੱਚ ਜਿੱਟੇ ਆ ਦੂਜੇ ਬੰਦਿਆਂ ਨੂੰ, ਜਿੰਨੇ ਵੀ ਨੌਜਵਾਨ ਆ ਉਹਨਾਂ ਨੂੰ ਇਸ ਵੇਲੇ ਜੋਸ਼ ਦੇ ਰਹੇ ਆ। ਜਿੱਥੇ ਕਿ ਸਾਡੀ ਟਰਾਲੀ ਸੀ ਕਰੀਬ 1 ਕਿਲੋਮੀਟਰ ਪਿੱਛੇ ਸੀ, ਤੇ ਜਿਹੜੀਆਂ ਪਿੱਛੇ ਟਰਾਲੀਆਂ ਘੱਟੋ ਘੱਟ ਵੀ 20-20 ਕਿਲੋਮੀਟਰ ਦੇ ਪਿੱਛੇ ਖੜੀਆਂ, ਉਹਨਾਂ ਦੇ ਚੋਂ ਬਜ਼ੁਰਗ ਉੱਠ ਕੇ ਆ ਕੇ ਜਿੱਥੇ ਆਪਣਾ ਇਸ ਵੇਲੇ ਲੈਕਚਰ ਸਟੈਂਡ ਲੱਗਾ, ਸਾਰਾ ਕੁਝ ਸਟੇਜ ਲੱਗੀ ਹੋਆ, ਉੱਥੇ ਤੱਕ ਪਹੁੰਚ ਰਹੇ ਆ। ਤੋ ਇਹ ਦੇਖ ਲਓ ਵੀ ਜਿਹੜਾ ਇੱਕ 80 ਸਾਲ ਦਾ ਬਜ਼ੁਰਗ 20 ਕਿਲੋਮੀਟਰ ਪੈਦਲ ਚੱਲ ਕੇ ਉੱਥੇ ਸੁਣਨ ਜਾਂਦਾ, ਉੱਥੋਂ ਆ ਕੇ ਫਿਰ ਆਪਣਾ ਰੈਸਟ ਕਰਦਾ, ਤੇ ਕਿੰਨਾ ਜੋਸ਼ ਹੋਊਗਾ ਉਹਨਾਂ ਬੰਦਿਆਂ 'ਚ। ਅੱਛਾ, ਇੱਕ ਲਾਸਟ ਸਵਾਲ ਮੈਂ ਪੁੱਛਣਾ, ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਬਜ਼ੁਰਗ ਉੱਥੇ, ਉਹਨਾਂ 'ਚ ਕਿੰਨਾ ਜੋਸ਼ ਹੈ, ਉਤਸ਼ਾਹ ਹੈ। ਔਰ ਕੱਲ ਇੱਕ ਵੀਡੀਓ ਹੋਰ ਵੀ ਵਾਇਰਲ ਹੋਈ ਸੀ, ਇਹ 'ਚ ਇੱਕ ਬਜ਼ੁਰਗ 80 ਸਾਲ ਦੇ ਕਹਿ ਰਹੇ ਸੀ ਮੈਂ ਸਿਹਰਾ ਬੰਨਿਆ ਤੇ ਮੌਤ ਵਿਆਹਣ ਚੱਲਾਂ, ਇੱਥੇ ਮਰਨ ਹੀ ਆਇਆ। ਕਿੰਨਾ ਜੋਸ਼ ਹੈ, ਸਾਨੂੰ ਇੱਕ ਊਰਜਾ ਦਿੰਦੇ ਆ। ਪਰ ਇੱਕ ਨਾ ਕੇਂਦਰ ਸਰਕਾਰ ਨੇ ਇੱਕ ਹੋਰ ਗੱਲ ਕਹੀ ਸੀ, ਇੱਕ ਜਿਹੜੀ ਫੋਟੋ ਵਾਇਰਲ ਹੋਈ ਸੀਗੀ ਕਿ ਬਜ਼ੁਰਗਾਂ ਦੇ ਕੋਈ ਪੁਲਿਸ ਕਰਮੀ ਜਿਹੜਾ ਡੰਡਾ ਮਾਰ ਰਿਹਾ, ਤੇ ਉਹ ਕਹਿੰਦੇ ਜੀ ਇਹ ਪ੍ਰੋਪੋਗੰਡਾ ਹੈ, ਜਾਣ ਬੁੱਝ ਕੇ ਗੱਲ ਨੂੰ ਵਧਾਇਆ ਜਾ ਰਿਹਾ, ਉਹਨੇ ਡੰਡਾ ਨਹੀਂ ਮਾਰਿਆ, ਫੋਟੋ ਨੂੰ ਜਿਹੜਾ ਮਾਫ ਕੀਤਾ ਗਿਆ ਹੈ। ਲੇਕਿਨ ਉਹ ਬਜ਼ੁਰਗਾਂ ਨੇ ਇੰਟਰਵਿਊ ਵੀ ਦਿੱਤੀ, ਉਹਨਾਂ ਨੇ ਕਿਹਾ ਕਿ ਮੇਰੀ ਅੱਖ ਹਲੇ ਤੱਕ ਅੱਪੜ ਨਹੀਂ ਰਹੀ, ਕਿਉਂਕਿ ਹੰਝੂ ਗੈਸ ਮੇਰੇ ਅੱਖ ਵਿੱਚ ਵੀ ਵੱਜੀ ਆ, ਔਰ ਉਸ ਤੋਂ ਬਾਅਦ ਮੇਰੇ ਡੰਡਾ ਵੀ ਵੱਜਿਆ, ਔਰ ਉਸ ਤੋਂ ਬਾਅਦ ਉਹਨਾਂ ਹੀ ਪੁਲਿਸ ਕਰਮੀਆਂ ਨੂੰ ਅਸੀਂ ਰੋਟੀ ਵੀ ਛਕਾਈ ਆ। ਇਹਦੇ ਤੇ ਕੀ ਕਹੋਗੇ? ਔਰ ਅੱਜ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਨ ਵੀ ਹੈ, ਜਨਮ ਦਿਵਸ ਵੀ ਹੈ, ਔਰ ਉਹਦੇ ਉੱਤੇ ਜਿਹੜੀ ਪੰਜਾਬ ਦੇ ਕਿਸਾਨ ਗਏ ਨੇ ਜਾਂ ਜਥੇਬੰਦੀਆਂ ਗਈਆਂ ਨੇ, ਜਿਹੜੇ ਕੋਟਰੇ ਨੇ ਉਹਨਾਂ ਨੂੰ ਲੰਗਰ ਵੀ ਛਕਾ ਰਹੇ ਨੇ। ਸਭ ਤੋਂ ਪਹਿਲਾਂ ਤਾਂ ਅੱਜ ਮੈਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਜਨਮ ਗੁਰਪੁਰਬ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ। ਤੇ ਬਾਕੀ ਜਿਹੜਾ ਤੁਸੀਂ ਪੁੱਛਦੇ ਆ ਵੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਕੁਝ ਵੀ, ਉਸ ਵੇਲੇ ਤਾਂ ਮੰਜ਼ਰ ਦੇਖਣੇ ਵਾਲਾ ਸੀ ਜਦੋਂ ਸਾਡਾ ਲਾਸਟ ਜਿਹੜਾ ਮੂਵਮੈਂਟ ਹੈ ਕੁੰਡਲੀ ਬਾਰਡਰ ਤੇ, ਜਦੋਂ ਇਹ ਚੀਜ਼ ਹੋਈ ਆ, ਇੱਥੋਂ ਤੱਕ ਵੀ ਜਿਹੜੇ ਸਾਡੇ ਬਜ਼ੁਰਗ ਸੀ, ਉਹਨਾਂ ਨੇ ਜਿਹੜੇ ਗੋਲੇ ਉਹਨਾਂ ਨੇ ਸੁੱਟੇ ਸੀ, ਉਹਨਾਂ ਨੇ ਹੱਥਾਂ 'ਚ ਫੜ ਕੇ, ਦੋਵਾਂ ਦੇ ਚੋਟ ਵੀ ਲੱਗੀ। ਮੇਰੇ ਸਾਹਮਣੇ ਦੀ ਗੱਲ ਆ, ਮੈਂ ਵੀ ਉਸ ਵੇਲੇ ਪ੍ਰੈਜ਼ੈਂਟ ਸੀ ਉਸ ਵੇਲੇ ਇੱਥੇ। ਅਥਰੂ ਗੈਸ ਦਾ ਕਈ ਨੌਜਵਾਨ ਫੁੱਟਬਾਲ ਖੇਡਦੇ ਵੀ ਨਜ਼ਰ ਆਏ, ਕੋਈ ਇੱਧਰ ਮਾਰਦੇ, ਕਿੱਕ ਮਾਰ ਕੇ ਉੱਧਰ ਮਾਰ ਦਿੰਦੇ। ਨਹੀਂ, ਇੰਨਾ ਜੋਸ਼ ਇੰਨਾ ਸੀ ਤੇ ਮੈਂ ਕਹਿੰਦਾ ਵੀ ਜਵਾਨਾਂ ਦੇ ਵਿੱਚ ਜੋਸ਼ ਇੰਨਾ ਸੀ ਕਿ ਕੋਈ ਅੱਗੇ ਕੋਈ ਵੀ ਆਉਂਦਾ ਸੀ ਉਹਨਾਂ ਵਾਸਤੇ ਕੋਈ ਨਥਿੰਗ ਸੀ। ਤੇ ਜਦ ਕਿ ਕੁੰਡਲੀ ਬਾਰਡਰ ਤੋੜ ਵੀ ਦਿੱਤਾ ਸੀ, ਸਰਕਾਰ ਕਹਿ ਵੀ ਰਹੀ ਸੀ ਬਰਾੜੀ ਦੇ ਚਲ ਜਾਓ, ਲੇਕਿਨ ਬਰਾੜੀ ਦਾ ਤੁਹਾਨੂੰ ਸਾਰਾ ਇਤਿਹਾਸ ਪਤਾ ਆ। ਇਸ ਕਰਕੇ ਜੋ ਮੇਨ ਮਕਸਦ ਸਾਡਾ ਕੁੰਡਲੀ ਬਾਰਡਰ ਦੇ ਉੱਪਰ ਜਾਮ ਲਾਣਾ ਸੀ ਜਾਂ ਉੱਥੇ ਆਪਾਂ ਜੋ ਵੀ ਐਜੀਟੇਸ਼ਨ ਕਰਨੀ ਹੈ, ਉਹਦੇ ਵਾਸਤੇ ਹੀ ਕਰ ਰਹੇ ਹਾਂ। ਚਲੋ, ਬਹੁਤ ਸ਼ੁਕਰੀਆ। ਅਸੀਂ ਸਿਮਰਨ ਸਿੰਮੀ ਜੀ ਨਾਲ ਵੀ ਗੱਲ ਕਰਨਾ ਚਾਹਾਂਗੇ। ਮੈਮ ਅੱਗੇ ਆਜੋ ਥੋੜਾ ਜਿਹਾ। ਤੁਸੀਂ ਮੈਮ ਨੂੰ ਤੁਸੀਂ ਜਾਣਦੇ, ਸਿਮਰਨ ਸਿੰਮੀ ਅੱਗੇ ਵੀ ਸਾਡੇ ਚੈਨਲ ਤੇ ਤੁਹਾਡੇ ਰੂਬਰੂ ਹੁੰਦੇ ਰਹਿੰਦੇ ਆ। ਮੈਡਮ, ਇੱਕ ਮੈਂ ਸਵਾਲ ਜਿਹੜਾ ਕੰਗਣਾ ਰਣੌਤ ਬਾਰੇ ਪੁੱਛਣਾ, ਉਹ ਵੀ ਦੇਸ਼ ਦੀ ਧੀ ਹੈ ਤੇ ਤੁਸੀਂ ਵੀ ਦੇਸ਼ ਦੀ ਧੀ ਹੋ। ਉਹ ਕਹਿੰਦੇ ਨੇ ਕਿ ਜਿਹੜੀਆਂ ਉੱਥੇ ਬਜ਼ੁਰਗ ਔਰਤਾਂ 200-200 ਰੁਪਏ ਤੇ ਲਿਆਂਦੀਆਂ, ਤੁਸੀਂ ਉਹਦੇ ਤੇ ਕੀ ਕਹੋਗੇ? ਪਹਿਲਾਂ ਤਾਂ ਪੀਵੀ ਬੱਤੀ ਚੈਨਲ ਜਿੰਨੇ ਵੀ ਦੇਖ ਰਹੇ ਆ ਸਾਰੇ ਦਰਸ਼ਕਾਂ ਨੂੰ ਜੈ ਭੀਮ ਜੈ ਭਾਰਤ। ਔਰ ਸਾਡੇ ਸਮੁੱਚੇ ਭਾਈਚਾਰੇ ਵੱਲੋਂ, ਮੂਲ ਨਿਵਾਸੀਆਂ ਵੱਲੋਂ, ਸਾਡਾ ਪੂਰਾ ਸਮਾਜ ਇੱਥੇ ਖੜਾ ਆ, ਸਾਡੇ ਪੂਰਾ ਪੰਜਾਬ ਜਿੰਨਾ ਵੀ ਹੈਗਾ ਇੱਥੇ ਖੜਾ ਆ। ਉਹਨਾਂ ਵੱਲੋਂ ਇਹ ਬਾਬਾ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਉਤਸਵ ਤੇ ਸਾਡੇ ਵੱਲੋਂ ਸਾਰੀਆਂ ਜਿੰਨੀਆਂ ਵੀ ਸੰਗਤਾਂ ਹੈਗੀਆਂ ਬਹੁਤ ਬਹੁਤ ਵਧਾਈਆਂ ਆ ਸਾਰਿਆਂ ਨੂੰ। ਤੇ ਉਸ ਤੋਂ ਬਾਅਦ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜਿਹੜੀ ਇਹ ਕੰਗਣਾ ਰਣੌਤ ਬੋਲਦੀ ਆ ਸਾਡੀਆਂ ਬੀਬੀਆਂ ਬਾਰੇ, ਉਹ ਇਹਦੇ ਸੰਸਕਾਰ ਹੋਣਗੇ। ਇਹ ਜਾਂਦੀ ਹੋਊਗੀ 100-100 200-200 ਰੁਪਏ ਤੇ, ਔਰ ਜਿਹੜਾ ਬੰਦਾ ਇਦਾਂ ਦੇ ਕੰਮ ਕਰਦਾ ਹੁੰਦਾ ਉਹਨਾਂ ਨੂੰ ਹੀ ਪਤਾ ਹੁੰਦਾ ਆ। ਔਰ ਇਸ ਵੇਲੇ ਜਿਹੜਾ ਇੰਡੀਆ ਆ, ਇੰਡੀਆ ਦੇ ਵਿੱਚੋਂ ਸਭ ਤੋਂ ਖੁਸ਼ਹਾਲ ਸਟੇਟ ਜਿਹੜੀ ਆ ਪੰਜਾਬ ਆ। ਪੰਜਾਬੀ ਕਦੇ ਭੁੱਖੇ ਨਹੀਂ ਮਰਦੇ। ਇੱਕ ਪੰਜਾਬ ਦੇ ਗੁਰਦੁਆਰੇ ਆ, ਔਰ ਪੰਜਾਬ ਦੇ ਵਿੱਚ ਗੁਰੂ ਘਰ ਐ ਇੱਦਾਂ ਆ ਕਿ 24-24 ਘੰਟੇ ਲੰਗਰ ਇੱਥੇ ਚੱਲਦੇ
ਕਰਦੇ ਆ। ਔਰ ਇੱਥੇ ਦੀਆਂ ਬੀਬੀਆਂ ਨੂੰ ਜਾਂ ਕਿਸੇ ਨੂੰ ਵੀ ਇਦਾਂ ਦੇ ਕੰਮ ਕਰਨ ਦੀ ਲੋੜ ਨਹੀਂ ਹੈਗੀ ਜਿੱਦਾਂ ਦੇ ਕੰਗਰਾਂ ਨਨੌਤ ਬੋਲਦੀ ਆ। ਇਹ ਆਪ ਜਾਂਦੀ ਆ ਇਦਾਂ ਦੇ ਕੰਮਾਂ ਤੇ ਜਾਂਦੀ ਹੋਊਗੀ ਕਿ 100 ਰੁਪਏ ਤੇ ਮੈਂ ਆਹ ਕਰ ਲਿਆ ਤੇ 200 ਤੇ ਮੈਂ ਆਹ ਕਰ ਲਿਆ, ਤੇ ਉਹ ਇਸ ਕਰਕੇ ਸਾਡੀਆਂ ਬੀਬੀਆਂ ਲਈ ਇਦਾਂ ਬੋਲਦੀ ਆ। ਉਹ ਇਹਦੇ ਵਿੱਚ ਕੋਈ ਗਲਤੀ ਨਹੀਂ ਹੈਗੀ, ਇਹਦੇ ਸੰਸਕਾਰ ਇਹ ਇਦਾਂ ਦੇ ਆ, ਇਹਦਾ ਪਿਛੋਕੜ ਹੀ ਇਦਾਂ ਦਾ ਆ। ਇਹ ਜਿਹਦੇ ਵਿੱਚੋਂ ਹੈਗੀ ਟਿਕਟ ਦੀ ਲਾਲਚ ਜਾਂ ਵਫਾਦਾਰੀ ਕਰ ਰਹੀ ਬੀਜੇਪੀ ਨਾਲ। ਇਹ ਬੀਜੇਪੀ ਵਿੱਚ ਤਾਂ ਉਹੀ ਬੰਦਾ ਜਾ ਸਕਦਾ ਵੀ ਜਿਹੜਾ ਇਹ ਲੁੱਚਪੁਣਾ ਕਰ ਸਕਦਾ ਆ, ਜਿਹੜੇ ਊਟ ਪਟਾਂਗ ਬਿਆਨ ਕਿਸੇ ਦੀਆਂ, ਜਿਨ੍ਹਾਂ ਨੂੰ ਸ਼ਰਮ ਨਹੀਂ ਹੈਗੀ ਕਿ ਕਿਹਦੀ ਬੇਟੀ ਵਾਸਤੇ ਕੀ ਬੋਲਣਾ ਆ, ਜਿਹੜਾ ਬੇਟੀਆਂ ਦੀ ਇੱਜ਼ਤ ਨਹੀਂ, ਬੇਟੀ ਹੋ ਕੇ ਬੇਟੀ ਨਹੀਂ ਇੱਜ਼ਤ ਨਹੀਂ ਕਰ ਸਕਦੀ। ਲਾਹਨਤ ਆ ਇਹਦੇ ਤੇ ਕੰਗਨਾ ਰਣੌਤ ਤੇ ਸਾਡੀਆਂ ਸਾਰੀਆਂ ਬੀਬੀਆਂ ਵੱਲੋਂ, ਸਾਡੇ ਪੂਰੇ ਸਮਾਜ ਵੱਲੋਂ। ਜੇ ਤੂੰ ਭਾਈ 100 ਰੁਪਏ ਦੇ ਨਿੱਕਰ ਪਾ ਸਕਦੀਆਂ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਸਾਡੀਆਂ ਬੀਬੀਆਂ ਵਧੀਆ ਬਾਣੇ ਦੇ ਵਿੱਚ ਪਾ ਕੇ ਗਈਆਂ ਆ ਸਾਰੇ। ਉਹ ਵੀ ਬੀਬੀਆਂ ਨੇ ਜਿਹੜੀਆਂ 80 ਸਾਲ ਦੀ, ਉਹ ਕਹਿੰਦੇ ਕਿ ਜਿੰਨਾ ਯੂਥ ਹੈ ਮੇਰੇ ਪੋਤੇ, ਮੇਰਾ ਆਪਣਾ ਕੋਈ ਬੱਚਾ ਨਹੀਂ ਆ। ਉਹ ਵੀਡੀਓ ਦੇਖ ਕੇ ਲਿਟਰਲੀ ਕਈ ਲੋਕ ਰੋਏ ਨੇ, ਅੱਖਾਂ 'ਚੋਂ ਹੰਝੂ ਨਿਕਲੇ ਨੇ। ਉਹ ਮਾਤਾ ਕਹਿ ਰਹੀ ਆ ਮੈਂ ਆ ਤੁਹਾਡਾ ਪਿਓ ਆ, ਸਾਡੇ ਬੱਚੇ ਕੋਈ ਨਹੀਂ, ਪਰ ਜਿੰਨੇ ਆਏ ਨੇ ਸਾਰੇ ਮੇਰੇ ਬੱਚੇ ਨੇ। ਇਹਨਾਂ ਨੇ ਉਹਨਾਂ ਨੂੰ ਤਾਨਾ ਮਾਰਿਆ ਕਿ 200 ਰੁਪਇਆ ਲੈ ਕੇ ਆ ਰਹੇ ਨੇ। ਮਨ ਵਲੂੰਦਰਿਆ ਗਿਆ, ਮਨ ਬਹੁਤ ਭਾਵਕ ਹੈ। ਨਹੀਂ, ਮੈਂ ਇਹਨੂੰ ਪੁੱਛਣਾ ਚਾਹਨੀ ਆ ਵੀ ਤੂੰ ਭਾਈ ਤੂੰ ਕਿਉਂ ਬੋਲਦੀ? ਅਸੀਂ ਤਾਂ ਆਪਣੀਆਂ ਜ਼ਮੀਨਾਂ ਕਰਕੇ, ਸਾਡੇ ਲੋਕ ਤਾਂ ਆਪਣੀਆਂ ਜ਼ਮੀਨਾਂ ਕਰਕੇ ਉੱਥੇ ਸੰਘਰਸ਼ ਕਰਨ ਗਏ ਆ, ਤੈਨੂੰ ਵਿੱਚ ਭੌਂਕਣ ਦੀ ਕੀ ਲੋੜ ਆ? ਤੂੰ ਇਦਾਂ ਦੇ ਊਟ ਪਟੰਗ ਬਿਆਨ ਟਵੀਟ ਕਾਹਤੇ ਕਰਦੀ ਪਈਆਂ? ਇਹ ਜਿਹੜੀਆਂ ਬੀਬੀਆਂ ਚਾਹੇ ਜਿਹੜੇ ਬਜ਼ੁਰਗ ਆ, ਸਾਡੇ ਛੋਟੇ ਛੋਟੇ ਬੱਚੇ ਗਏ ਆ, ਤੇ ਉਹ ਤਾਂ ਆਪਣੀ ਜਿਹੜੀ ਅਣਖ ਨੂੰ ਗਏ ਹੋਇਆ, ਆਪਣੀ ਅਣਖ ਨੂੰ ਗਏ ਹੋਆ, ਤੇ ਉਹਦੇ ਆਪਣਾ ਵਜੂਦ ਬਚਾਉਣ ਲਈ ਗਏ ਹੋ। ਵੀ ਤੂੰ ਦੱਸ ਕਾਹਦੇ ਲਈ ਬੋਲਦੀ ਆ? ਤੂੰ ਕੀ ਕਰਨਾ ਚਾਹਨੀ ਆ? ਸਾਬਤ ਕੀ ਕਰਨਾ ਚਾਹਨੀ? ਇਹਨੂੰ ਇਹ ਕੋਈ ਇਹ ਪੁੱਛੇ। ਇਹ ਬਹੁਤ ਇਹਦੀ ਨੀਚ ਸੋਚ ਹੈ ਇਹਦੀ, ਇਹਦੇ ਵਿੱਚ ਕੋਈ ਗਲਤੀ ਨਹੀਂ। ਇਹਦੇ ਸੰਸਕਾਰ ਇਹ ਇਦਾਂ ਦੇ ਆ, ਔਰ ਜਿਹੜੇ ਇਹਨਾਂ ਆਉਣ ਵਾਲੇ ਟਾਈਮ 'ਚ ਪਤਾ ਲੱਗ ਜਾਣਾ ਇਹਦਾ ਰਾਹ ਕਿਹੜਾ ਆ। ਇਹ ਇਦਾਂ ਦੇ ਗੰਦੇ ਜਿਹੜੇ ਬਿਆਨ ਦੇ ਕੇ ਇਹ ਕਿਹੜੀ ਮੰਜ਼ਿਲ ਤੇ ਪਹੁੰਚਣਾ ਚਾਹੁੰਦੀ ਆ, ਉਹ ਆਉਣ ਵਾਲੇ ਟਾਈਮ ਦੇ ਵਿੱਚ ਸਾਰਿਆਂ ਨੂੰ ਜਿਹੜਾ ਉਹ ਦਿਖ ਜਾਣਾ ਆ। ਤੁਹਾਨੂੰ ਵੀ ਤਾਂ ਇੱਕ ਹੋਰ ਸਵਾਲ ਪੁੱਛਣਾ ਕਿ ਮੁਕੇਸ਼ ਖੰਨਾ ਆ, ਜਿਹਨੂੰ ਸ਼ਕਤੀਮਾਨ ਨਾਲ ਲੋਕ ਜਾਣਦੇ ਨੇ, ਉਹਦਾ ਜੇ ਇੱਕ ਟਵੀਟ ਸਾਹਮਣੇ ਆਇਆ, ਕਹਿੰਦਾ ਕਿ ਕੁੱਤਾ ਵੀ ਖਾ ਕੇ ਵਫਾਦਾਰੀ ਕਰਦਾ। ਪਹਿਲੀਆਂ 2 ਲਾਈਨਾਂ ਪੜ੍ਹ ਕੇ ਮੈਨੂੰ ਲੱਗਿਆ ਸ਼ਾਇਦ ਮੋਦੀ ਸਾਹਿਬ ਬਾਰੇ ਉਹ ਕਹਿ ਰਿਹਾ ਆ ਕਿ ਕੁੱਤਾ ਵੀ ਖਾ ਕੇ ਵਫਾਦਾਰੀ ਕਰਦਾ, ਕਿਉਂਕਿ ਇਹਨਾਂ ਨੂੰ ਅਗਰ ਆਪਾਂ ਅੰਨਦਾਤਾ ਕਹਿੰਦੇ ਆ, ਰੱਬ ਕਹਿੰਦੇ, ਕਿਉਂਕਿ ਇੱਕ ਤੇ ਵੀ ਕਹਾਵਤ ਹੈ ਕਿ ਕਿਸਾਨ ਤਾਂ ਕਹਿੰਦੇ ਵੈਸੇ ਹੀ ਅੱਧਾ ਸਾਧ ਹੁੰਦਾ। ਨਹੀਂ, ਮੈਂ ਤੁਹਾਨੂੰ ਉਹੀ ਦੱਸਣ ਲੱਗਾ ਨਾ, ਪਹਿਲੀਆਂ 2 ਲਾਈਨਾਂ ਪੜ੍ਹ ਕੇ। ਕਿਸਾਨ ਤਾਂ ਕਹਿੰਦੇ ਵੈਸੇ ਵੀ ਅੱਧਾ ਸਾਧ ਹੁੰਦਾ, ਕਿਉਂਕਿ ਕਿਰਤ ਕਰਦਾ, ਵੰਡ ਕੇ ਛਕਦਾ ਔਰ ਨਾਮ ਜਪਦਾ। ਇਹ ਆਪਾਂ ਦੇਖ ਵੀ ਲਿਆ ਕਿ ਪੁਲਿਸ ਵਾਲਿਆਂ ਨੂੰ ਵੀ ਜਿਹੜਾ ਲੰਗਰ ਛਕਾਇਆ ਗਿਆ, ਲੇਕਿਨ ਉਹਨਾਂ ਨੇ ਮੋਦੀ ਨੂੰ ਚੰਗਾ ਕਿਹਾ ਔਰ ਕਿਸਾਨਾਂ ਨੂੰ ਗਲਤ ਕਿਹਾ। ਉਹਦੇ ਬਾਬਤ ਕੀ ਕਹੋਗੇ? ਉਹਦੇ ਬਾਬਤ ਮੈਂ ਇਹੀ ਕਹੂੰਗੀ ਵੀ ਜੇ ਕੁੱਤਾ ਵੀ ਖਾ ਕੇ ਵਫਾਦਾਰ ਕਰਦਾ ਆ ਤੇ ਤੂੰ ਵਫਾ ਕਾਤੇ ਨਹੀਂ ਕਰਦਾ? ਤੂੰ ਕੁੱਤਿਆਂ ਤੋਂ ਵੀ ਥੱਲੇ ਰਹਿ ਗਿਆ। ਮੁਕੇਸ਼ ਖੰਨੇ ਨੂੰ ਮੈਂ ਇਹ ਕਹਿਣਾ ਚਾਹਨੀ ਆ ਵੀ ਕੁੱਤਾ, ਤੈਨੂੰ ਐਡੀ ਵਧੀਆ ਗੱਲ ਦਾ ਪਤਾ ਵੀ ਕੁੱਤਾ ਵੀ ਖਾ ਕੇ ਵਫਾਦਾਰ ਕਰਦਾ ਆ, ਤੇ ਤੂੰ ਕੀ ਖਾਣਾ? ਤੂੰ ਅੰਨ ਨਹੀਂ ਖਾਂਦਾ? ਵਫਾਦਾਰੀ ਅੰਨਦਾਤੇ ਨਾਲ ਨਹੀਂ ਕਰਨੀ। ਮੈਂ ਉਹੀ ਇਹਨੂੰ ਪੁੱਛਣਾ ਚਾਹਨੀ ਮੁਕੇਸ਼ ਖੰਨੇ ਨੂੰ ਵੀ ਤੂੰ ਬਾਈ ਅੰਨ ਨਹੀਂ ਖਾਂਦਾ, ਤੂੰ ਗੋਬਰ ਖਾਂਦਾ ਆ? ਵੀ ਜਿਹੜਾ ਤੂੰ ਅੰਨ ਨਹੀਂ ਖਾਂਦਾ ਹੈਗਾ, ਤੇਰਾ ਗੋਬਰ ਖਾ ਕੇ ਗੁਜ਼ਾਰਾ। ਔਰ ਜਿੰਨੀ ਜਿਹੜੇ ਕਿਸਾਨਾਂ ਦਾ ਵਿਰੋਧ ਕਰ ਰਹੇ ਆ, ਮੈਨੂੰ ਲੱਗਦਾ ਉਹ ਅੰਨ ਨਹੀਂ ਖਾਂਦੇ, ਉਹਨਾਂ ਦਾ ਗੁਜ਼ਾਰਾ ਗੋਬਰ ਖਾ ਕੇ ਹੋ ਸਕਦਾ ਆ। ਇਸ ਕਰਕੇ ਉਹ ਕਿਸਾਨਾਂ ਦਾ ਵਿਰੋਧ ਕਰਦੇ ਆ। ਨਹੀਂ ਤਾਂ ਜਿੰਨੇ ਵੀ ਸਾਡੇ ਸਾਹਮਣੇ ਆਹ ਵੀਡੀਓਜ਼ ਆਈਆਂ ਆ, ਉਹ ਜਿੰਨੇ ਵੀ ਜਿਹੜੇ ਵੀ ਵਰਗ ਦੇ ਲੋਕ ਆ, ਮੈਂ ਕਹਿੰਦੀ ਜਿਹੜੇ ਅਸਲੀ ਭਾਰਤੀ ਆ, ਉਹ ਸਾਰੇ ਜਿਹੜੇ ਕਿਸਾਨਾਂ ਦਾ ਸਮਰਥਨ ਕਰ ਰਹੇ ਆ, ਚਾਹੇ ਉਹ ਮੁਸਲਿਮ ਭਾਈਚਾਰਾ, ਚਾਹੇ ਉਹ ਹਿੰਦੂ ਭਾਈਚਾਰਾ, ਚਾਹੇ ਉਹ ਕ੍ਰਿਸਚਨ ਭਾਈਚਾਰਾ, ਤੇ ਸਾਰਿਆਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਉਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਆ। ਉੱਥੇ ਸੰਘਰਸ਼ ਵਿੱਚ ਸਹਿਯੋਗ ਕਰਨ ਦਾ ਕੋਸ਼ਿਸ਼ ਕੀਤੀ, ਸਾਰੇ ਭਾਈਚਾਰਿਆਂ ਨੇ ਕੀਤੀ ਆ। ਇਹ ਜਿਹੜੇ ਦੇਸ਼ ਵਿੱਚ ਸ਼ਾਂਤੀ ਨਹੀਂ ਚਾਹੁੰਦੇ ਹੈਗੇ, ਚਾਹੁੰਦੇ ਆ ਕਿ ਬਸ ਦੰਗੇ ਹੋ ਜਾਣ, ਸਿਰਫ ਉਹੀ ਲੋਕ ਆ ਊਟ ਪਟਾਂਗ ਬਿਆਨ ਦਿੰਦੇ ਆ ਭਾਈ ਸਾਡਾ ਨਹੀਂ ਕਿਸਾਨਾਂ ਬਗੈਰ ਸਰਦਾ, ਕਿਸਾਨ ਆਪਣੇ ਖੇਤਾਂ 'ਚ ਅੰਨ ਉਗਾਉਂਦੇ ਆ ਔਰ ਅਸੀਂ ਰੋਟੀ ਹੀ ਖਾਂਦੇ ਆ, ਸਾਡਾ ਰੋਟੀ ਖਾ ਕੇ ਗੁਜ਼ਾਰਾ ਹੁੰਦਾ। ਔਰ ਜਿਹੜਾ ਰੋਟੀ ਖਾ ਕੇ ਨਹੀਂ ਹੁੰਦਾ, ਜਿਹਦਾ ਗੋਬਰ ਖਾ ਕੇ ਹੋ ਸਕਦਾ, ਉਹੀ ਸਿਰਫ ਕਿਸਾਨਾਂ ਦਾ ਵਿਰੋਧ ਕਰ ਰਿਹਾ ਆ। ਔਰ ਅਸੀਂ ਇਹ ਇੱਥੇ ਅੱਜ ਕਹਿਣਾ ਚਾਹੁੰਦੇ, ਅੱਗੇ ਵੀ ਇਹਨਾਂ ਦੇ ਧਰਨਿਆਂ ਵਿੱਚ ਕਿ ਆ ਜਾਈਦਾ ਆ, ਬਿਨਾਂ ਸੱਦੇ ਆਉਂਦੇ ਅਸੀਂ, ਇਹਨਾਂ ਨੂੰ ਅਸੀਂ ਆਪਣੇ ਸਮਝਦੇ ਆ। ਸਾਡੇ ਇਹਦੇ ਵਿੱਚ ਅੱਧੇ ਬੰਦੇ ਹੈਗੇ ਜਿਹੜੇ ਮੈਨੂੰ 20 ਸਾਲਾਂ ਤੋਂ ਜਾਣਦੇ ਆ। ਹੁਣ ਚੱਲ 20 ਸਾਲਾਂ ਬਾਅਦ ਇਦਾਂ ਦਾ ਆ ਕੇ ਸੰਘਰਸ਼ ਹੋਣਾ ਸੀ ਕਿ ਸਾਡੀ ਇਹਨਾਂ ਨਾਲ ਮੁਲਾਕਾਤ ਹੋਣੀ ਸੀਗੀ, ਤੇ ਅਸੀਂ ਸਾਡਾ ਇਹਨਾਂ ਦਾ ਜੇ ਦਿੱਲੀ ਤੱਕ ਵੀ ਇਹ ਸਾਨੂੰ ਕਹੋਗੇ, ਸਾਡੇ ਬੰਦੇ ਉੱਥੇ ਤੱਕ ਵੀ ਨਾ ਨਾਲ ਜਾਉਂਗੇ ਸੰਘਰਸ਼ ਦੇ ਵਿੱਚ। ਮੈਂ ਪਹਿਲਾਂ ਵੀ ਕਿਹਾ ਆ, ਅੱਜ ਵੀ ਕਹਿੰਦੀ ਆ, ਆਉਣ ਵਾਲੇ ਟਾਈਮ 'ਚ ਵੀ ਜਿੱਦਾਂ ਫੈਸਲੇ ਇਹਨਾਂ ਦੇ ਹੋਣਗੇ, ਅਸੀਂ ਪਿੱਛੇ ਬੈਠੇ ਆ, ਕਿਉਂਕਿ ਜ਼ਮੀਨਾਂ ਇਹਨਾਂ ਦੀਆਂ ਆ, ਸਾਡੀ ਤਾਂ ਜ਼ਮੀਰ ਜਾਗਦੀ, ਅਸੀਂ ਤਾਂ ਇਹਨਾਂ ਦੇ ਨਾਲ ਖੜੇ ਆ। ਬਸ ਮੈਂ ਇੰਨਾ ਹੀ ਕਹਿਣਾ ਚਾਹੁੰਦੀ ਹਾਂ। ਉੱਪਲ ਸਾਹਿਬ ਆਏ ਵੀ ਮੀਟਿੰਗ ਕਰਨੀ ਹੈ, ਆਪਾਂ ਇਹਨਾਂ ਤੋਂ ਉਹ ਵੀ ਵੇਰਵਾ ਲਵਾਂਗੇ। ਬਿੱਲਾ ਜੀ ਤੁਸੀਂ ਅੱਗੇ ਆ ਜਾਓ। ਬਿੱਲਾ ਗੁੱਜਰ ਜੀ, ਤੁਸੀਂ ਇਹਨਾਂ ਨੂੰ ਵੀ ਸਾਡੇ ਚੈਨਲ 'ਤੇ ਅੱਗੇ ਗੱਲਬਾਤ ਕਰਦੇ ਦੇਖਿਆ। ਇੱਕ ਬੜਾ ਸਿੰਪਲ ਜਿਹਾ ਸਵਾਲ, ਜਦੋਂ ਮੈਂ ਕਹਾਂ ਨਰਿੰਦਰ ਮੋਦੀ, ਇਹ ਨਾਮ ਸੁਣ ਕੇ ਜ਼ਿਹਨ 'ਚ ਆਉਂਦਾ ਕੀ ਆ? ਗਾਲ ਨਹੀਂ ਕੱਢਣੀ ਬਸ। ਇਹ ਤਾਂ ਬੇਸ਼ਰਮੀ ਆ, ਬੇਸ਼ਰਮੀ ਦੀ ਹੱਦ ਇਸ ਤੋਂ ਪਰੇ ਕੋਈ ਨਹੀਂ ਹੋ ਸਕਦੀ। ਪਹਿਲਾਂ ਤਾਂ ਮੈਂ ਸਭ ਨੂੰ ਗੁਰੂ ਨਾਨਕ ਦੇ ਜਨਮ ਦਿਨ ਦੇ ਲੱਖ ਲੱਖ ਵਧਾਈ ਦਿੰਦਾ ਸਾਰਿਆਂ ਨੂੰ। ਤੇ ਜਿੱਦਾਂ ਕਿ ਮੈਂ ਪਿਛਲੇ ਚੈਨਲਾਂ 'ਚ ਵੀ ਬੋਲਿਆ, ਜਿੱਦਾਂ ਵੀ ਸਾਨੂੰ ਕਿਸਾਨ ਜਥੇਬੰਦੀਆਂ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਮਾਹੌਲ ਜਿੱਦਾਂ ਦਾ ਸਾਡਾ ਹੋਊਗਾ, ਇਹਨਾਂ ਦੇ ਨਾਲ ਆ।
ਤਹਿ ਦਿਲੋਂ, ਕਿਉਂਕਿ ਇਸੇ ਤਰ੍ਹਾਂ ਸਾਡੀ ਜਿਹੜੀ ਪੂਰੇ ਪੰਜਾਬ ਦੀ ਜਿਹੜੀ ਯੂਨੀਅਨ ਬਣੀ ਹੋਈ ਆ, ਕਿਉਂਕਿ ਅਸੀਂ ਪ੍ਰਧਾਨਾਂ ਨੂੰ ਕਿਹਾ ਸੀਗਾ ਕਿ ਜਦੋਂ ਵੀ ਸਾਡੀ ਲੋੜ ਪੈਗੀ ਅਸੀਂ ਤੁਹਾਡੇ ਨਾਲ ਜਾਣ ਨੂੰ ਤਿਆਰ ਆ, ਔਰ ਸਾਡੀ ਯੂਨੀਅਨ ਹਮੇਸ਼ਾ ਇਹਨਾਂ ਦੇ ਨਾਲ ਆ। ਤੇ ਜਦੋਂ ਵੀ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਹੁਕਮ ਲੱਗੇਗਾ ਅਸੀਂ ਉਹ ਇਹਨਾਂ ਦੇ ਨਾਲ ਜਾਣ ਲਈ ਉਸੇ ਵੇਲੇ ਤਿਆਰ ਆ। ਤੇ ਜਿੱਦਾਂ ਉੱਥੇ ਮੁੰਡਿਆਂ ਤੇ ਉਹ ਤਸ਼ੱਦਦ ਕਰ ਰਿਹਾ ਵਾ, ਆਸੂ ਗੈਸ ਤੇ ਉਹ ਗੋਲੇ ਛੱਡ ਰਿਹਾ ਵਾ, ਉਹ ਇੱਕ ਸਾਡੇ ਨੌਜਵਾਨਾਂ ਨੂੰ ਇੱਕ ਸਿੱਖਿਆ ਮਿਲ ਰਹੀ ਆ। ਜਿਹੜੀ ਮਾੜੀ ਮੋਟੀ ਜਾਲੀ ਸੀ ਨਾ, ਉਹ ਸੁਰਮੇ ਨਾਲ ਧੋ ਹੋ ਚੁੱਕੀ ਆ। ਮੋਦੀ ਨੂੰ ਦੱਸ ਦੇਣਾ ਚਾਹੁੰਦੇ ਆ, ਇਹ ਜਾਲੀ ਸਾਫ਼ ਹੋ ਗਈ ਆ ਮੁੰਡਿਆਂ ਦੀ। ਜਿਹੜਿਆਂ ਨੂੰ ਤੂੰ ਨਸ਼ੇੜੀ ਦੱਸਦਾ ਤਾਂ ਤੂੰ ਨਸ਼ਾ, ਉਹ ਕਹਿੰਦਾ ਵੀ ਇਹ ਪੰਜਾਬ ਦੇ ਲੋਕ ਨਸ਼ਾ ਕਰਦੇ ਆ। ਇਹ ਜਿੱਥੋਂ ਤੇਰੀ ਸੋਚ ਖਤਮ ਹੁੰਦੀ ਆ, ਉੱਥੋਂ ਪੰਜਾਬ ਦੇ ਲੋਕ ਸ਼ੁਰੂ ਕਰਦੇ ਆ। ਇਹ ਚੇਤਾਵਨੀ ਆ ਉਹਨੂੰ, ਮੋਦੀ ਨੂੰ, ਕਿ ਹਜੇ ਵੀ ਬਾਜ ਆ ਜਾ। ਜੇ ਤੂੰ ਆਉਣਾ ਚਾਹੁੰਦਾ ਹਜੇ ਵੀ ਤੇਰੇ ਲਈ ਬਹੁਤ ਮੌਕਾ ਆ। ਜੇ ਤੂੰ ਚੰਗੀ ਗੱਲ ਆ ਜੇ ਤੂੰ ਬਾਜ ਆ ਜਾਏਗਾ, ਨਹੀਂ ਤਾਂ ਤੈਨੂੰ ਐਦਾਂ ਦਾ ਬਾਜ ਲਿਆਵਾਂਗੇ ਤੇਰੀ ਕਬਰ ਤੇ ਵੀ ਜਾਣੇ ਵਾਲਾ ਕੋਈ ਨਹੀਂ ਤੇਰਾ ਰਹਿਣਾ। ਉਹ ਹਿਟਲਰ ਵਾਲੀ ਗੱਲ ਮੈਂ ਕੱਲ ਵੀ ਸੁਣੀ ਸੀ, ਕਹਿੰਦੇ ਆਖੀਰ ਜਾ ਕੇ ਉਹਨੇ ਵੀ ਜਿਹੜਾ ਸੁਸਾਈਡ ਹੀ ਕੀਤਾ ਸੀ, ਉਹਨੂੰ ਆਤਮ ਹੱਤਿਆ ਕਰਨੀ ਪਈ ਸੀ। ਉਹ ਇਹਨੇ ਸੁਸਾਈਡ ਵੀ ਨਹੀਂ ਕਰਨਾ, ਇਹਨੇ ਤਾਂ ਕਿਸੇ ਗੰਦੇ ਨਾਲੇ 'ਚ ਡੁੱਬ ਕੇ ਮਰ ਜਾਣਾ। ਵੈਸੇ ਹੀ ਪਤਾ ਹੀ ਨਹੀਂ ਲੱਗਣਾ ਇਹਦਾ ਕਿੱਥੇ ਗਿਆ। ਜਿਹੜੇ ਹਿਸਾਬ ਨਾਲ ਇਹ ਮਾਹੌਲ ਕਰ ਰਿਹਾ ਵਾ, ਜਿਹੜੇ ਹਿਸਾਬ ਦਾ ਇਹ ਨੌਜਵਾਨ ਨੂੰ ਜਾਂ ਬਜ਼ੁਰਗਾਂ ਨੂੰ, ਉੱਥੇ ਇੱਕ ਮਾਤਾ ਜਾਂਦੀ ਆ, ਉਹ ਕਹਿੰਦੀ ਮੇਰਾ ਬੱਚਾ ਵੀ ਕੋਈ ਨਹੀਂ ਹੈਗਾ। ਉਹ ਦੋ ਹੀ ਬਜ਼ੁਰਗ ਨੇ, ਉਹ ਕਹਿੰਦੇ ਉਹ ਕਹਿੰਦੀ ਮੈਂ ਆਪਣੇ ਝੋਲੇ 'ਚ ਕਫਨ ਪਾ ਕੇ ਨਾਲ ਲੈ ਆਈ। ਦੱਸ ਇਸ ਕੁੱਤੇ ਬੰਦੇ ਨੂੰ ਸ਼ਰਮ ਨਹੀਂ ਆਉਂਦੀ? ਔਰ ਇੰਨੀ ਕੁ ਤਾਂ ਸ਼ਰਮ ਕਰੇ। ਹੱਲੇ ਵੀ ਇਹ ਕਹਿ ਰਿਹਾ ਮਨ ਕੀ ਬਾਤ 'ਚ, ਮੇਰੇ ਖਿਆਲ ਨਾਲ ਮਨ ਕੀ ਬਾਤ ਨਹੀਂ, ਮੇਰੀ ਮਨ ਕੀ ਬਾਤ ਹੋਣਾ ਚਾਹੀਦਾ। ਉਹ ਹੱਲੇ ਵੀ ਕਹਿ ਰਿਹਾ ਕਿ ਜਿਹੜੇ ਕਿਸਾਨਾਂ ਦੇ ਫਾਇਦੇ ਲਈ ਇਹ ਜਿਹੜੇ ਕਾਨੂੰਨ ਬਣਾਏ ਆ। ਕਿਸਾਨਾਂ ਦੇ ਫਾਇਦੇ ਤਾਂ ਉਹ ਤਾਂ ਜਿਹੜੇ ਕਿਸਾਨਾਂ ਨੂੰ ਫਾਇਦਾ ਹੀ ਨਹੀਂ ਮਨਜ਼ੂਰ, ਉਹਨਾਂ ਦੇ ਉਹ ਥੋਪ ਕਾਤੇ ਰਿਹਾ। ਉਹ ਕਿਸਾਨ ਦੇ ਫਾਇਦੇ ਲਈ ਫਿਰ ਕਿਸਾਨ ਆਪਣੇ ਘਰੇ ਬੈਠਦਾ। ਕਿਸਾਨ ਕਿਉਂ ਅੱਜ ਠੰਡ 'ਚ ਮਰ ਰਿਹਾ? ਅੱਜ ਇੰਨੀ ਮੁਸ਼ਕਲ ਦੇ ਸਾਹਮਣੇ ਉੱਥੇ 40-40 ਫੁੱਟ ਦੇ ਟੋਏ ਪੱਟ ਦਿੱਤੇ ਆ, ਉਹਨਾਂ ਦੀਆਂ ਗੱਡੀਆਂ ਤੋੜ ਦਿੱਤੀਆਂ। ਇੱਕ ਦੋ ਨੌਜਵਾਨਾਂ ਦੀ ਸ਼ਾਇਦ ਮੌਤ ਵੀ ਹੋ ਗਈ ਆ ਉੱਥੇ। ਹੈ ਇਸ ਬੰਦੇ ਨੂੰ ਸ਼ਰਮ ਨਹੀਂ ਆ ਰਹੀ ਕਿ ਇਹ ਕਿਉਂ ਇਹਨਾਂ ਲੋਕਾਂ, ਕੱਲਾ ਪੰਜਾਬ ਇੱਦਾਂ ਦਾ ਇਹਨੂੰ ਜਿਹੜਾ ਜੁੱਤੀ ਦੇ ਜ਼ੋਰ ਨਾਲ ਜਵਾਬ ਦੇ ਸਕਦਾ, ਹੋਰ ਕੋਈ ਕਿਸੇ 'ਚ ਪਾਵਰ ਨਹੀਂ। ਹੁਣ ਵੈਸੇ ਪਤਾ ਲੱਗਿਆ ਕਿ ਹਰਿਆਣੇ ਦੇ ਜਿਹੜੇ ਨੌਜਵਾਨ ਆ ਉਹਨਾਂ ਨੇ ਵੀ ਬਹੁਤ ਸਾਥ ਦਿੱਤਾ ਆ। ਇਸ ਕਰਕੇ ਮੈਂ ਤੁਹਾਡੇ ਚੈਨਲ ਰਾਹੀਂ ਸਾਰੇ ਨੌਜਵਾਨਾਂ ਨੂੰ ਇਹੀ ਅਪੀਲ ਕਰਦਾ ਕਿ ਜਿੰਨੇ ਵੀ ਬਾਕੀ ਲੋਕ ਵੀ ਘਰਾਂ 'ਚ ਰਹਿੰਦੇ ਆ ਜਾਂ ਸੁੱਤੇ ਪਏ ਆ, ਉਹ ਥੋੜ੍ਹਾ ਜਿਹਾ ਆਪਣਾ ਜ਼ਮੀਰ ਜਾਗ ਲੈਣ। ਆਪਣੀ ਥੋੜ੍ਹੇ ਮਾਂ ਪਿਓ ਨੂੰ ਥੋੜ੍ਹਾ, ਜਿੱਦਾਂ ਉਹਨਾਂ ਦੇ ਮਾਂ ਪਿਓ ਉੱਥੇ ਜਾ ਰਹੇ ਆ, ਉਹਨਾਂ ਨੂੰ ਜਾ ਕੇ ਥੋੜ੍ਹੀ ਤਸੱਲੀ ਬਖਸ਼ੀ ਦੇ ਦੇਣ। ਹਜੇ ਵੀ ਬਹੁਤ ਤਿਆਰੀਆਂ ਜਿਹੜੀਆਂ ਪੰਜਾਬ 'ਚ ਰਹਿੰਦੀਆਂ ਆ, ਉਹ ਜਾਗ ਜਾਣ ਤਾਂ ਕਿ ਆਉਣ ਵਾਲੇ ਮੌਕੇ 'ਤੇ ਪੂਰਾ ਪਤਾ ਲੱਗ ਸਕੇ ਮੋਦੀ ਨੂੰ ਕਿ ਪੰਜਾਬ ਦੇ ਲੋਕ ਜਿਹੜੇ ਪਿੱਛੇ ਹਟਣੇ ਨਹੀਂ, ਇਹ ਤੈਨੂੰ ਕਬਰ ਦੇ ਵਿੱਚ ਦਫਨਾ ਕੇ ਹਟਣਗੇ, ਜਿਸ ਤਰ੍ਹਾਂ ਵੀ ਹਟਣਗੇ। ਅੱਛਾ, ਇੱਕ ਲਾਸਟ ਸਵਾਲ, ਵੈਸੇ ਪੰਜਾਬੀ ਜਾਣ ਕਿਸਾਨ ਜਾਣ ਤਾਂ ਕਰੋਨਾ ਫੈਲਦਾ, ਅਮਿਤ ਸ਼ਾਹ ਜੇ ਰੈਲੀ ਕਰਦਾ ਫਿਰ ਕਰੋਨਾ ਨਹੀਂ ਫੈਲਦਾ, ਔਰ ਬਿਨਾਂ ਮਾਸਕ ਤੋਂ ਰੈਲੀ ਕਰਦਾ। ਪਤਾ ਕੀ ਗੱਲ, ਮੈਂ ਪਹਿਲਾਂ ਪਿੱਛੇ ਵੀ ਦੱਸਿਆ ਸੀਗਾ, ਕਰੋਨਾ ਦਾ ਇੱਕ ਇਹਨਾਂ ਦਾ ਐਦਾਂ ਦਾ ਮੁੱਦਾ ਆ ਕਿ ਇਹਨਾਂ ਨੇ ਰਿਸ਼ਤੇਦਾਰੀ ਦਾ ਮੁੱਦਾ ਆ। ਦੇਖੋ ਦਿੱਲੀ 'ਚ ਕਰੋਨਾ ਫੈਲ ਗਿਆ ਕਿਸਾਨਾਂ ਕਰਕੇ। ਜਦੋਂ ਤਾਂ ਉਹ ਕੋਈ ਇਹਨਾਂ ਨੇ ਆਪਣਾ ਕੰਮ ਕਰਨਾ, 2 ਨੰਬਰ ਦਾ ਇੱਧਰ ਉੱਧਰ ਜਾਣਾ, ਤਾਂ ਕਰੋਨਾ ਰਾਤ ਨੂੰ ਇਹਨਾਂ ਦੀ ਚੌਕੀਦਾਰੀ ਕਰਦਾ। ਕਿਸਾਨ ਸੌ ਜਾਂ ਕੋਈ ਵੀ ਮਜ਼ਦੂਰ ਆ ਸਾਰੇ ਸੌ ਜਾਂਦੇ, ਉਹ ਚੌਕੀਦਾਰੀ ਇਹਨਾਂ ਦੀ ਕਰਦਾ ਤੇ ਸਮਾਨ ਢੋ ਲੈਂਦੇ। ਹੁਣ ਜਦੋਂ ਕੋਈ ਹੱਕ ਦੀ ਗੱਲ ਲੈਣ ਜਾਂਦਾ ਫਿਰ ਇਹਨਾਂ ਨੂੰ ਕਰੋਨਾ ਆ ਜਾਂਦਾ। ਉਹ ਇਹਨਾਂ ਦਾ ਖਾਸ ਰਿਸ਼ਤੇਦਾਰ ਆ, ਬਾਕੀ ਦੇ ਬੰਦੇ ਨੂੰ ਹੋ ਸਕਦਾ, ਇਹਨਾਂ ਨੂੰ ਹੋ ਨਹੀਂ ਸਕਦਾ। ਇਹ ਚਾਹੇ ਮਾਸਕ ਲਾਣ ਚਾਹੇ ਨਾ ਲਾਣ, ਇਹਨਾਂ ਨੂੰ ਇੱਕ ਬਰਾਬਰ, ਇਹਨਾਂ ਦੀ ਮਰਜ਼ੀ ਨਾਲ ਚੱਲਦਾ ਉਹ ਵੀ। ਇਹਨਾਂ ਦੀ ਮਰਜ਼ੀ ਨਾਲ ਆ। ਉਹ ਤਾਂ ਟਰੰਪ ਦੀ ਮਰਜ਼ੀ ਨਾਲ ਆਇਆ ਸੀ। ਉਹ ਜਿਹੜੇ ਲੋਕਾਂ ਦੇ ਮੂਹਰੇ ਇਹਨੇ ਦੀਵਾਰ ਖੜੀ ਕਰ ਦਿੱਤੀ ਵੀ ਮੇਰਾ ਕਿਸੇ ਨੂੰ ਦੱਸੇ ਨਾ। ਉਹ ਜਾ ਕੇ ਇਹਨੇ ਡਰਾਮਾ ਕੀਤਾ ਇੱਥੇ ਕਿ ਬੁੜੇ ਲੋਕਾਂ ਨੂੰ, ਉੱਥੇ ਵੀ ਉਹ ਪੈਨਸ਼ਨ ਲੱਗੀ ਹੋਈ, ਪਤਾ ਨਹੀਂ ਕਿੰਨੇ ਪੈਸੇ ਆਉਂਦੇ ਆ। ਉਹਨੇ ਡਰਾਮਾ ਕੀਤਾ ਚੈਨਾਂ ਨੂੰ ਥੋਪ ਦਿਓ, ਸਾਰੇ ਲੋਕਾਂ ਨੂੰ ਮਾਰ ਦਿਓ, ਇਹ ਪੈਸਾ ਜਿਹੜਾ ਜਾਇਆ ਜਾ ਰਿਹਾ ਇਹ ਬਚ ਜਾਣਾ ਵਾ, ਤੇ ਤੁਸੀਂ ਵੀ ਇੱਥੇ ਕਰੋਨਾ ਫੈਲਾ ਦਿਓ। ਜਿੰਨੇ ਬਜ਼ੁਰਗ ਹੈਗੇ ਆ ਉਹ ਗੱਡੀ ਚੜ੍ਹ ਜਾਣਗੇ, ਪੈਸਾ ਬਚ ਜਾਣਾ। ਬਾਕੀ ਹੋਰ ਜਿੰਨੇ ਜਾਣੀ ਕਿ 2 ਨੰਬਰ ਦਾ ਕੰਮ ਜਿਹੜਾ ਹੋਇਆ ਕਰੋਨਾ 'ਚ ਹੋਇਆ, ਕਰੋਨਾ ਤੋਂ ਇਲਾਵਾ ਨਹੀਂ ਹੋਇਆ। ਕਿਉਂਕਿ ਵੈਸੇ ਕਿਸਾਨਾਂ ਨੂੰ ਕਰੋਨਾ, ਪਰ ਅਸੀਂ ਲੰਗਰ ਕਿਸਾਨਾਂ ਤੋਂ ਹੀ ਖਾਣਾ। ਦੇਖੋ ਅਸੀਂ 24 ਘੰਟੇ ਕਿਸਾਨਾਂ 'ਚ ਵੀ ਰਹਿੰਦੇ ਆ, ਜਾਣੀ ਕਿ 24 ਘੰਟੇ ਅਸੀਂ ਇਕੱਠੇ ਵੀ ਰਹਿੰਦੇ ਆ। 22 ਮਾਰਚ ਤੋਂ ਲੈ ਕੇ ਅੱਜ ਤੱਕ ਕਿਸੇ ਨੂੰ ਨਹੀਂ ਸੁਣਿਆ ਹੈਗਾ ਕਿਸੇ ਕਿਸਾਨ ਨੂੰ ਕਰੋਨਾ ਹੋਇਆ ਹੋਵੇ, ਜਾਂ ਕਿਸੇ ਆਟੋ ਚਾਲਕ ਨੂੰ ਕਰੋਨਾ ਹੋਇਆ ਹੋਵੇ, ਜਾਂ ਕਿਸੇ ਸੰਘਰਸ਼ ਵਾਲੇ ਜਿਹੜਾ ਬੰਦਾ ਲੜਾਈ ਲੜ ਰਿਹਾ ਉਹਨੂੰ ਕਰੋਨਾ ਹੋਇਆ ਹੋਵੇ। ਕਿਸੇ ਨੂੰ ਨਹੀਂ ਹੋਇਆ। ਅਸੀਂ ਲੰਗਰ ਹੁਣ ਵੀ ਇੱਥੇ ਖਾਧਾ, ਜਰਾ ਨੂੰ ਫੇਰ ਇੱਥੇ ਖਾਵਾਂਗੇ। ਤੁਸੀਂ ਵੀ ਨਾਲ ਖਾ ਕੇ ਜਾਏ, ਫਿਰ ਟੈਸਟ ਕਰਵਾ ਲਿਓ ਕੋਈ ਕਿਸਾਨਾਂ ਦੀ ਰੈਲੀ 'ਚ ਕਰੋਨਾ ਹੋਇਆ ਕਿ ਨਹੀਂ ਹੋਇਆ। ਚਲੋ ਬਹੁਤ ਸ਼ੁਕਰੀਆ। ਮੈਂ ਚਾਹੁੰਦਾ ਕੈਮਰਾਮੈਨ ਇੱਕ ਇੱਧਰ ਵੀ ਜ਼ਰੂਰ ਕੈਮਰਾ ਨੂੰ ਜ਼ੂਮ ਕਰਨ। ਮਾਤਾ ਜੀ ਨੂੰ ਦੇਖ ਕੇ ਮਨ 'ਚ ਫੀਲਿੰਗ ਆਉਂਦੀ, ਕਿਉਂਕਿ ਠੰਡੇ ਬੁਰਜ ਦੀ ਗੱਲ ਵੀ ਹੁੰਦੀ, ਅਸੀਂ ਤਾਂ ਉੱਥੇ ਨਹੀਂ ਡਰੇ ਤੇ ਠੰਡੀਆਂ ਬਸ਼ਾਰਾਂ ਤੋਂ ਕੀ ਡਰਨਾ। ਬਹੁਤ ਸਵਾਗਤ ਹੈ ਮਾਤਾ ਜੀ ਤੁਹਾਡਾ। ਧੰਨਵਾਦ। ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਤਾਂ ਧੰਨਵਾਦ ਨਹੀਂ, ਤੁਹਾਡਾ ਆਸ਼ੀਰਵਾਦ ਚਾਹੀਦਾ ਜੀ। ਬਹੁਤ ਬਹੁਤ ਤੁਹਾਨੂੰ ਆਸ਼ੀਰਵਾਦ ਜੀ। ਤੇ ਅੱਜ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਜਨਮ ਦਿਵਸ ਹੈ। ਉਹਨਾਂ ਦੇ ਗੁਰਪੁਰਬ ਦੇ ਉੱਤੇ ਜਿੱਥੇ ਜਿੱਥੇ ਵੀ ਇਨਸਾਨ ਬੈਠੇ, ਦੇਸਾਂ ਪ੍ਰਦੇਸਾਂ ਵਿੱਚ, ਬਾਰਡਰਾਂ 'ਤੇ ਬੈਠੇ, ਸਾਰਿਆਂ ਨੂੰ ਅੱਜ ਬਹੁਤ ਬਹੁਤ ਮੁਬਾਰਕਾਂ। ਤੇ ਸਵਾਲ ਜਿਹੜਾ ਤੁਸੀਂ ਮੈਨੂੰ ਕਿਸਾਨੀ ਦੇ ਲਈ ਪੁੱਛਿਆ,
ਉਹ ਇਦਾਂ ਹੈ ਜੀ ਵੀ ਕਿਸਾਨ ਦੇ ਕੋਲ ਜਾਂ ਮਜ਼ਦੂਰ ਦੇ ਕੋਲ, ਸਾਡੇ ਕੋਲ ਆਪਣਾ ਕਿੱਤਾ ਤਾਂ ਕੋਈ ਹੋਵੇ, ਸਾਡੇ ਕੋਲ ਜਿਹੜੀ ਜ਼ਮੀਨ ਆ ਥੋੜ੍ਹੀ ਬਹੁਤੀ, ਅਸੀਂ ਉਹਦੇ ਵਿੱਚ ਕੰਮ ਕਰਕੇ ਅਮੀਰ ਤਾਂ ਨਹੀਂ ਹੋ ਸਕਦੇ, ਪਰ ਸਾਡੇ ਜੀਵਨ ਦਾ ਗੁਜ਼ਾਰਾ ਚੱਲਦਾ ਆ। ਜੇ ਸਾਡੇ ਕੋਲ ਉਹ ਵੀ ਜ਼ਮੀਨ ਚਲੇ ਜਾਂਦੀ ਆ, ਫਿਰ ਸਾਨੂੰ ਕੰਮ ਨੂੰ ਤਾਂ ਕੋਈ ਥਾਂ ਹੀ ਨਹੀਂ ਰਹਿੰਦਾ। ਇੱਦਾਂ ਹੀ ਬਿਹਾਰ ਦੇ ਲੋਕਾਂ ਦਾ 2006 ਵਿੱਚ ਉਹਨਾਂ ਨੇ ਇਸੇ ਤਰ੍ਹਾਂ ਕੀਤੀ। ਅੱਜ ਆਪਾਂ ਦੇਖਦੇ ਹਾਂ ਉਹ ਕਿਸ ਤਰ੍ਹਾਂ ਇਕੱਠੇ ਹੋ ਕੇ ਇੱਥੇ ਪੰਜਾਬ ਵਿੱਚ ਕੰਮ ਕਰਨ ਆਉਂਦੇ ਆ। ਉਹੀ ਹਾਲਤ ਕੱਲ੍ਹ ਨੂੰ ਸਾਡੀ ਬਣਨੀ ਆ। ਅਸੀਂ ਫਿਰ ਕਿੱਥੇ ਜਾਵਾਂਗੇ? ਬਿਹਾਰ ਤਾਂ ਅੱਗੇ ਇੱਥੇ ਆਉਂਦੇ ਆ। ਸਾਡੇ ਕੋਲ ਕਿਹੜਾ ਥਾਂ ਰਹਿ ਜਾਂਦਾ ਜਿੱਥੇ ਅਸੀਂ ਕਿਰਤ ਕਰੀਏ? ਜਦ ਤਾਂ ਅਸੀਂ ਸਰਕਾਰਾਂ ਤੋਂ ਕੋਈ ਚੀਜ਼ ਹੀ ਨਹੀਂ ਮੰਗਦੇ, ਅਸੀਂ ਕਹਿੰਦੇ ਵੀ ਅਸੀਂ ਆਪਣੀ ਜ਼ਿੰਦਗੀ ਜਿਉਂਦੇ ਹਾਂ। ਕਿਸਾਨ ਤਾਂ ਮਜ਼ਦੂਰ, ਅਸੀਂ ਖੇਤਾਂ ਵਿੱਚ, ਪਿੰਡਾਂ ਵਿੱਚ ਸਾਡੀਆਂ ਸਾਂਝਾਂ ਆ, ਅਸੀਂ ਰਲ ਕੇ ਖਾਂਦੇ ਹਾਂ। ਫਿਰ ਸਾਡੇ ਕੋਲ ਜ਼ਮੀਨ ਕਿਉਂ ਵੱਡੇ ਵੱਡੇ ਕਾਰਪੋਰੇਟਾਂ ਦੀ ਖਾਤਰ ਖੋਈ ਜਾਂਦੀ ਆ? ਇਹ ਜਿਹੜਾ ਮੋਦੀ ਆ ਲੋਕਾਂ ਦੀਆਂ ਵੋਟਾਂ ਨਾਲ ਬਣਦਾ ਆ ਤੇ ਉਹਨਾਂ ਦੀ ਰਖਵਾਲੀ ਕਰਦਾ ਵੱਡੇ ਕਾਰਪੋਰੇਟ ਘਰਾਣਿਆਂ ਦੀ। ਅਸਲ ਵਿੱਚ 75 ਸਾਲ ਹੋ ਗਏ, ਬੰਦਾ ਕਹਿੰਦਾ ਦੇਸ਼ ਆਜ਼ਾਦ ਹੋਇਆ। ਆਜ਼ਾਦ ਹੋਏ ਵੱਡੇ ਵੱਡੇ ਲੋਕ, ਅਸੀਂ ਲੋਕ ਆਜ਼ਾਦ ਨਹੀਂ ਹੋਏ ਹੈਗੇ। ਕੁਰਬਾਨੀਆਂ ਸਾਡੇ ਲੋਕਾਂ ਦੀਆਂ ਰਹੀਆਂ ਤੇ ਸਾਡੇ ਕੋਲ ਸਾਨੂੰ ਕੋਈ ਸੁੱਖ ਸਹੂਲਤਾਂ ਨਹੀਂ ਮਿਲੀਆਂ। ਤੇ ਹੁਣ ਵੀ ਸਾਡੇ ਨਾਲ ਇਹੀ ਕੁਛ ਕੀਤਾ ਜਾ ਰਿਹਾ ਵੀ ਇਹਨਾਂ ਕੋਲ ਜਿਹੜੀ ਮਾੜੀ ਮੋਟੀ ਜ਼ਮੀਨਾਂ ਉਹ ਵੀ ਖੋਲੋ। ਮਜ਼ਦੂਰਾਂ ਲਈ 12 ਘੰਟੇ ਬਣਾਤੇ ਆ। ਸਾਡੇ ਗੁਰੂ ਮਹਾਰਾਜ ਰਵਿਦਾਸ ਜੀ ਨੇ ਵੀ ਇਹ ਕਿਹਾ ਸੀ ਵੀ ਉੱਦਾਂ ਦਾ ਮੈਂ ਸ਼ਹਿਰ ਵਸਾਉਣਾ ਜਿੱਥੇ ਕੋਈ ਗਮ ਨਾ ਹੋਵੇ, ਜਿੱਥੇ ਕੋਈ ਤਕਲੀਫ ਨਾ ਹੋਵੇ, ਸਾਰੇ ਰਲ ਕੇ ਰਹੀਏ। ਮਤਲਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਤੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਇਹੀ ਸਿਧਾਂਤ ਸੀ, ਕਿਰਤ ਕਰੋ, ਵੰਡ ਕੇ ਛਕੋ। ਇਹ ਜੋ ਜ਼ਮੀਨਾਂ ਜਾਇਦਾਦਾਂ, ਜੋ ਫੈਕਟਰੀਆਂ, ਜੋ ਜ਼ਮੀਨਾਂ, ਇਹ ਸਾਂਝੀਆਂ ਹੋਣ ਜਿੱਥੇ ਅਸੀਂ ਸਾਰੇ ਰਲ ਕੇ ਕੰਮ ਕਰੀਏ। ਇਹ ਜਿਹੜੀ ਰਾਜਸਤਾ ਤੇ ਕਬਜ਼ਾ ਕਿਸਾਨਾਂ ਤੇ ਮਜ਼ਦੂਰਾਂ ਦਾ ਹੋਵੇ ਤਾਂ ਦੀ ਅਸੀਂ ਸੌਖੇ ਹੋ ਸਕਦੇ ਹਾਂ। ਨਹੀਂ ਤਾਂ ਜਿੰਨਾ ਚਿਰ ਸਰਮਾਏਦਾਰ ਦੁਨੀਆ ਭਰ ਦੇ ਵਿੱਚ ਜਿੰਦਾ, ਇਹ ਜੰਗਾਂ ਯੁੱਧ ਲੜਾਈ ਰੱਖਣੇ ਆ। ਬਹੁਤ ਸ਼ੁਕਰੀਆ ਜੀ। ਤਾਂ ਆਖਰ ਵਿੱਚ ਅਸੀਂ ਵੀ ਇਹੀ ਕਹਿਣਾ ਚਾਹੁੰਦੇ ਹਾਂ ਕਿ ਨਾਮ ਜਪੋ, ਵੰਡ ਛਕੋ ਔਰ ਕਿਰਤ ਕਰੋ। ਜੀ ਕੀ ਕਹਿ ਰਹੇ ਹੋ ਤੁਸੀਂ? ਆਪਾਂ ਉਹਨਾਂ ਨਾਲ ਅਗਲੀ ਵੀਡੀਓ 'ਚ ਗੱਲ ਕਰ ਲੈਂਦੇ ਹਾਂ। ਲਾਸਟ ਵਿੱਚ ਇੰਨਾ ਹੀ ਕਹਿਣਾ ਚਾਹੁੰਦੇ ਹਾਂ ਕਿ ਇੱਕ ਮੈਸੇਜ ਬੜਾ ਉੱਭਰ ਕੇ ਸਾਹਮਣੇ ਆ ਰਿਹਾ ਕਿ 18 ਵਾਰ ਦਿੱਲੀ ਜਿੱਤੀ ਆ, ਹੁਣ 19ਵੀਂ ਵਾਰ ਜਿੱਤਣ ਦੀ ਤਿਆਰੀ ਹੈ। ਬਸ 19-21 ਦਾ ਫਰਕ ਹੀ ਰਹਿ ਗਿਆ। ਤੁਸੀਂ ਬਣੇ ਰਹੋ PB ਨਵਾਂ ਸ਼ਹਿਰ ਦੇ ਨਾਲ। ਹੁਣ ਲਵਾਂਗੇ ਇਜਾਜ਼ਤ, ਜਲਦੀ ਕਿਸੇ ਨਵੀਂ ਵੀਡੀਓ 'ਚ ਹਾਜ਼ਰ ਹੁੰਦੇ ਹਾਂ। ਸਤਿ ਸ਼੍ਰੀ ਅਕਾਲ।